ਕਾਂਗਰਸ ਦੇ ਅੰਦਰ ਲਗਾਤਾਰ ਕਲੇਸ਼ ਵੱਧ ਰਿਹਾ ਔਰ ਲਗਾਤਾਰ ਵੱਖੋ-ਵੱਖ ਤਰੀਕੇ ਦੇ ਨਾਲ ਬੈਠਕਾਂ ਹੋ ਰਹੀਆਂ। ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੰਚਕੂਲਾ ਦੇ ਵਿੱਚ ਹੋਈ ਗੁਪਤ ਬੈਠਕ, ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਮੌਜੂਦ ਸੀਗੇ। ਉਸ ਬੈਠਕ 'ਚ ਕੀ ਹੋਇਆ ਔਰ ਉਸ ਤੋਂ ਬਾਅਦ ਬੈਠਕਾਂ ਕਿਵੇਂ ਚੱਲ ਰਹੀਆਂ ਨੇ ਔਰ ਕਾਟੋ ਕਲੇਸ਼ ਖਤਮ ਕਿਵੇਂ ਹੋਏਗਾ, ਗੱਲਬਾਤ ਕਰਨ ਦੇ ਲਈ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਮੇਰੇ ਨਾਲ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪੰਚਕੂਲਾ ਦੀ ਬੈਠਕ ਗੁਪਤ ਕਿਉਂ ਰੱਖੀ ਗਈ? ਨਹੀਂ, ਗੁਪਤ ਵਾਲੀ ਗੱਲ ਤਾਂ ਨਹੀਂ ਹੈ, ਮੈਨੂੰ ਤਾਂ ਨਹੀਂ ਲੱਗਦਾ ਗੁਪਤ ਹੈ। ਅਸੀਂ ਤਾਂ ਬੇਸਿਕਲੀ ਇੱਕ ਸਰਸਰੀ ਬੈਠੇ ਹੈਗੇ ਆ, ਬੈਠ ਕੇ ਗੱਲਬਾਤ ਕੀਤੀ ਜੋ ਰੂਟੀਨ 'ਚ ਗੱਲਾਂ ਹੋ ਰਹੀਆਂ। ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੁੰਦੇ ਸੀ ਔਰ ਅੱਜ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਦਾ 36 ਦਾ ਅੰਕੜਾ ਸਭ ਨੂੰ ਪਤਾ ਹੈ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਕਿ ਸਿੱਧੂ ਲਈ ਬੂਹੇ ਬੰਦ ਹੈ, ਤਾਂ ਦੂਜੇ ਪਾਸੇ ਸਾਰੇ ਇਕੱਠੇ ਹੋ ਕੇ ਗੱਲਬਾਤ ਕੀ ਕਰ ਰਹੇ ਆ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਦੇਖੋ ਯਾਰ, ਆਪਾਂ ਇਹਨੂੰ ਕਈ ਵਾਰੀ ਕਿਸੇ ਹੋਰ ਪਾਸੇ ਨੂੰ ਲੈ ਜਾਂਦੇ। ਕੈਪਟਨ ਅਮਰਿੰਦਰ ਸਿੰਘ ਇਜ਼ ਦ ਚੀਫ ਮਿਨਿਸਟਰ, ਅਤੇ ਜਿਹੜੀਆਂ ਵੀ ਸਾਡੀ ਕੋਈ ਮੀਟਿੰਗ ਲਈ ਬੁਲਾਉਂਦੇ ਆ, ਮੈਂ ਤਾਂ ਜਾਂਦਾ, ਮੈਂ ਕਦੋਂ ਕਿੰਨਾ ਨਹੀਂ ਜਾਂਦਾ। ਲੇਕਿਨ ਜਿਹੜੀਆਂ ਪ੍ਰੋਬਲਮਸ ਆ, ਮੈਂ ਤਾਂ ਸਾਹਮਣੇ ਵੀ ਉਹੀ ਗੱਲ ਕੀਤੀਆਂ, ਬਾਹਰ ਵੀ ਆਣ ਕੇ ਉਹੀ ਗੱਲ ਕੀਤੀਆਂ, ਅਤੇ ਜਿਹੜੇ ਬਾਕੀ ਹੈਗੇ ਆ ਉਹਨਾਂ ਨਾਲ ਵੀ ਇਹੀ ਗੱਲ ਹੁੰਦੀ ਹੈ ਲਗਭਗ। ਔਰ ਜੇ ਲੇਕਿਨ ਭਾਜੀ, ਪੰਚਕੂਲਾ ਵਾਲੀ ਮੀਟਿੰਗ 'ਚ ਗੱਲਾਂ ਬਾਤਾਂ ਕੀ ਹੋਈਆਂ? ਇਹ ਹਰ ਕੋਈ ਕਹਿ ਰਿਹਾ ਹੈ ਕਿ ਬੇਅਦਬੀ ਮਾਮਲੇ ਤੇ ਇਨਸਾਫ ਹੋਵੇ, ਐਕਸ਼ਨ ਜਲਦ ਤੋਂ ਜਲਦ ਲਿੱਤਾ ਜਾਵੇ। ਮੁੱਖ ਮੰਤਰੀ ਕਹਿ ਰਹੇ ਹੈ ਕਿ SIT ਆਪਣਾ ਕੰਮ ਕਰ ਰਹੀ ਹੈ। ਤਾਂ ਅਜਿਹੇ 'ਚ ਉੱਥੇ ਅੰਦਰ ਦੀ ਗੱਲਬਾਤ ਸੀਗੀ ਕਿ ਲੋਕਾਂ ਨੂੰ ਪਤਾ ਚੱਲ ਸਕੇ, ਕਾਂਗਰਸੀਆਂ ਨੂੰ ਪਤਾ ਚੱਲ ਸਕੇ? ਨਹੀਂ, ਗੱਲਾਂ ਤਾਂ ਯਾਰ ਇਹੀ ਹੋਈਆਂ। ਬੇਅਦਬੀ ਦਾ ਇਸ਼ੂ ਹੈ, ਬੇਸਿਕਲੀ ਕੋਵਿਡ ਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮਸ ਹੈਗੀਆਂ। ਫਿਰ ਹੋਰ ਜਿਹੜੇ ਸਾਡੇ ਪੁਰਾਣੇ ਇਸ਼ੂਜ਼ ਹੈਗੇ ਆ, ਜਿੱਥੇ ਪਰਸੈਪਸ਼ਨ ਬਣ ਗਈ ਵੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਔਰ ਬਾਦਲ ਪਰਿਵਾਰ ਰਲੇ ਹੋਏ ਆ। ਇਹ ਜਿਹੜੀ ਪਰਸੈਪਸ਼ਨ ਹੁੰਦੀ ਆ, ਇਹ ਐਕਚੁਅਲ ਨਾਲੋਂ ਵੀ ਮਾੜੀ ਹੁੰਦੀ ਹੈ। ਸੋ ਇਸ ਕਰਕੇ ਅਸੀਂ ਬੇਸਿਕਲੀ, ਮੈਂ ਕਹਿੰਦਾ ਇਲੈਕਸ਼ਨਾਂ ਦੀ ਗੱਲ ਛੱਡੋ, ਪਰ ਜੇ ਅਦਰਵਾਈਜ਼ ਵੀ ਜੇ ਕੋਈ ਪੰਜਾਬ ਦੇ ਐਕਚੁਅਲੀ ਸਟੇਟ ਦਾ ਕੰਮ ਕੀ ਹੁੰਦਾ, ਬੇਸਿਕਲੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ, ਔਰ ਜਿਹੜਾ ਕ੍ਰਾਈਮ ਹੁੰਦਾ, ਜਿੱਦਾਂ ਦਾ ਕੋਈ ਕ੍ਰਾਈਮ ਕਰਦਾ ਉਹਨੂੰ ਉੱਦਾਂ ਦੀ ਸਜ਼ਾ ਜਿਹੜੀ ਮਿਲ ਜਾਵੇ, ਔਰ ਜਿਹਦੇ ਨਾਲ ਜਾਤੀ ਹੋਈ ਆ ਉਹਨੂੰ ਉਹਦਾ ਬੇਸਿਕਲੀ ਸਕੂਨ ਮਿਲ ਜਾਵੇ। ਗੱਲ ਤਾਂ ਇੰਨੀ ਹੁੰਦੀ ਆ। ਸੋ ਉਹੋ ਹੀ ਅਸੀਂ ਗੱਲ ਕਹਿ ਰਹੇ ਹਾਂ, ਕੋਈ ਐਕਸਟਰਾ ਗੱਲ ਕਹਿ ਨਹੀਂ ਰਹੇ। ਲੇਕਿਨ ਨਵਜੋਤ ਸਿੰਘ ਸਿੱਧੂ ਦੇ ਟਵੀਟ ਤਾਂ ਬਹੁਤ ਕੁਝ ਕਹਿ ਰਹੇ ਆ ਨਾ। ਨਵਜੋਤ ਸਿੰਘ ਸਿੱਧੂ ਦੇ ਟਵੀਟ ਕਹਿ ਰਹੇ ਆ ਕਿ ਸਰਕਾਰ ਚਾਹੇ ਕਾਂਗਰਸ ਦੀ ਹੈ, ਚਲਾ ਅੱਜ ਵੀ ਅਕਾਲੀ ਦਲ ਰਿਹਾ। ਉਹਨਾਂ ਨੇ ਇੱਕ ਸ਼ਬਦ ਵਰਤਿਆ 75-25। 75-25 ਹੈ ਕਿ ਨਹੀਂ, ਦੇਖੋ ਉਹ ਤਾਂ ਉਹਨੇ ਬੇਸਿਕਲੀ ਇੱਕ ਇਲੈਕਸ਼ਨ ਦੇ ਵਿੱਚ ਕਿਹਾ ਸੀ ਵੀ ਹਾਂ ਵੀ ਇਹ ਲੋਕਾਂ ਦੀ ਪਰਸੈਪਸ਼ਨ। ਮੈਂ ਤਾਂ ਕਹਿਣ ਡਿਆ ਵੀ ਲੋਕਾਂ ਦੀ ਪਰਸੈਪਸ਼ਨ ਹੈਗੀ ਆ। ਸਿੱਧੂ ਉਹਨੂੰ ਲਫ਼ਜ਼ਾਂ ਦੇ ਵਿੱਚ ਜੋ ਮਰਜ਼ੀ ਕਹਿ ਦੇਵੇ, ਬਟ ਲੋਕਾਂ ਦੀ ਕੀ ਹੈ? ਨਹੀਂ, ਪਰਸੈਪਸ਼ਨ ਬੇਸਿਕਲੀ ਹੈ ਵੀ ਇਹ ਪਰਿਵਾਰ ਦੋਨੇ ਰਲੇ ਹੋਏ ਆ। ਕਿਹੜੇ ਪਰਿਵਾਰ? ਯਾਰ, ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ। ਸੋ ਉਹ ਪਰਸੈਪਸ਼ਨ ਜਿਹੜੀ ਉਹ ਬਣੀ ਹੋਈ ਆ ਉਹਦੇ ਵਿੱਚ, ਕਿਉਂਕਿ ਪਰਸੈਪਸ਼ਨ ਓਵਰਨਾਈਟ ਨਹੀਂ ਬਣਦੀ। ਜਦੋਂ ਕਈ ਇਸ਼ੂਜ਼, ਮੰਨ ਲਓ ਟਰਾਂਸਪੋਰਟ ਦਾ ਇਸ਼ੂ ਸੀਗਾ, ਜਾਂ ਮਾਈਨਿੰਗ ਦਾ ਇਸ਼ੂ ਸੀਗਾ, ਜਾਂ ਪਾਵਰ ਪਰਚੇਜ਼ ਐਗਰੀਮੈਂਟਸ ਦਾ ਇਸ਼ੂ ਸੀਗਾ, ਇਹ ਸਾਰੇ ਇਸ਼ੂ ਹੈਗੇ ਆ ਜਿਹਦੇ ਕਰਕੇ ਇਹਦੇ ਵਿੱਚ ਕੋਈ ਬਦਲਾਅ ਹੀ ਨਹੀਂ ਆਇਆ। ਬਦਲਾਅ ਨਹੀਂ ਆਇਆ ਤਾਂ ਲੋਕਾਂ ਨੂੰ ਵੀ ਇਹ ਗੱਲ, ਦੇਖੋ ਮੈਨੂੰ ਇਕੱਲੇ ਨੂੰ ਗੱਲ ਸਮਝ ਤਾਂ ਨਹੀਂ ਆਉਂਦੀ, ਸਾਰਿਆਂ ਨੂੰ ਆਉਂਦੀ ਹੈਗੀ। ਲੇਕਿਨ ਸੋਲਵ ਹੋਏਗਾ ਕਿਵੇਂ? ਜਦੋਂ ਰੰਧਾਵਾ ਹੋ ਰਹੀ, ਚੰਨੀ ਹੋ ਰਹੀ, ਮੀਟਿੰਗਾਂ ਕਰ ਰਹੇ ਹੈ, ਤਾਂ ਇਹ ਸੋਲਵ ਹੋਏਗਾ ਕਿਵੇਂ? ਕੋਈ ਨਵੀਂ ਤਿਆਰੀ ਚੱਲ ਰਹੀ ਹੈ ਕਿ ਇਸ ਵੇਲੇ ਇੱਕ ਧੜਾ ਮਜ਼ਬੂਤੀ ਦੇ ਨਾਲ ਖੜਾ ਕੀਤਾ ਜਾਵੇ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ? ਨਹੀਂ, ਗੱਲ ਚੁਣੌਤੀ ਦੀ ਨਹੀਂ ਹੈ, ਗੱਲ ਤਾਂ ਕੰਮ ਦੀ ਹੈਗੀ ਆ। ਦੇਖੋ ਲੋਕੀ ਕੋਈ ਲੜਾਈ ਨਹੀਂ ਚਾਹੁੰਦੇ ਬੇਸਿਕਲੀ। ਦੇਖੋ ਮੀਡੀਆ ਭਾਵੇਂ ਜੋ ਇਹਨੂੰ ਮਰਜ਼ੀ ਜਿੱਧਰ ਨੂੰ ਮਰਜ਼ੀ ਤੋਰ ਰਵੇ, ਬਟ ਐਟ ਦਾ ਸੇਮ ਟਾਈਮ ਲੋਕੀ ਤਾਂ ਇਹ ਚਾਹੁੰਦੇ ਆ ਵੀ ਸਾਡੇ ਜੈਨੂਅਨ ਕੰਮ ਹੋਣ। ਕਿਉਂਕਿ ਆ ਕੋਵਿਡ ਦਾ ਟਾਈਮ ਹੈਗਾ, ਅਸੀਂ ਬੇਸਿਕਲੀ ਗੱਲ ਕੋਵਿਡ ਦੀ ਕਰੀਏ ਜਾਂ ਉੱਥੇ ਜਿਹੜੀਆਂ ਜੋ ਨਹੀਂ, ਲੇਕਿਨ ਜਿਹੜੇ ਇਕੱਠੇ ਹੋ ਰਹੇ ਆ ਉਹਨਾਂ ਦਾ ਮਕਸਦ ਕੀ ਹੈ? ਉਹ ਸਾਰੇ ਇਕੱਠੇ ਹੋਣ ਦਾ ਮਕਸਦ ਕੀ ਹੈ? ਰੂਟੀਨ 'ਚ ਵੀ ਇਕੱਠੇ ਹੁੰਦੇ ਆ, ਕੋਈ ਇਹ ਤਾਂ ਐਕਸਟਰਾ ਆਰਡੀਨਰੀ ਤਾਂ ਹੈ ਨਹੀਂਗਾ ਇਕੱਠਾ ਹੋਣਾ। ਮੈਂ ਤਾਂ ਕਦੀ ਵੀ ਇਹਨਾਂ ਗੱਲਾਂ ਨੂੰ ਲੁਕਾਉਂਦਾ ਹੀ ਨਹੀਂ ਹੈਗਾ। ਅੱਛਾ, ਜੇ ਕਿਸੇ ਮਾੜਾ ਮੋਟਾ ਤੁਹਾਡਾ ਮੇਰਾ ਕਿਤੇ ਡਿਫਰੈਂਸਸ ਹੋ ਸਕਦਾ, ਜੇ ਆਪਾਂ ਬਹਿ ਲਈਏ ਯਾਰ, ਬਹਿ ਕੇ ਗੱਲ ਸੋਲਵ ਕਰ ਲਈਏ, ਏਡੀ ਕੀ ਗੱਲ ਹੈ? ਸਿੱਧੂ ਨੇ ਕੀ ਕਿਹਾ? ਸਿੱਧੂ ਨੇ ਮੀਟਿੰਗ ਦੇ ਵਿੱਚ ਕੀ ਕਿਹਾ? ਕਿਉਂਕਿ ਸਿੱਧੂ ਤਾਂ ਸਿੱਧਾ ਲਗਾਤਾਰ ਅਟੈਕ ਕਰ ਰਹੇ। ਉਹ ਕਹਿ ਰਹੇ ਕਿ ਮੈਨੂੰ ਅਫਸੋਸ ਹੈ ਕਿ ਸੂਬੇ ਦੇ ਹੋਮ ਮਿਨਿਸਟਰ ਮਸਲੇ ਦਾ ਹੱਲ ਨਹੀਂ ਕਰ ਪਏ। ਉਹ ਕਹਿੰਦੇ ਮੈਨੂੰ ਅਫਸੋਸ ਹੈ ਕਿ 6 ਮਹੀਨੇ ਹੋਰ SIT ਬਣਾ ਕੇ ਉਹਨੂੰ ਸਮਾਂ ਦੇ ਕੇ ਲਟਕਾਇਆ ਜਾ ਰਿਹਾ ਵਾ। ਅਗਰ ਮੁੱਖ ਮੰਤਰੀ ਨੂੰ ਇਹ ਸਿੱਧੀ ਗੱਲ ਕਹਿ ਰਹੇ ਹੈ ਤਾਂ ਫਿਰ ਇਕੱਠੇ ਰਹਿਣਾ ਤਾਂ ਮੁਸ਼ਕਲ ਹੈ, ਕਿਉਂਕਿ ਕੈਪਟਨ ਕਹਿ ਚੁੱਕੇ ਕਿ ਮੇਰੇ ਬੂਹੇ ਬੰਦ ਹੈ ਔਰ ਉਸ ਤੋਂ ਬਾਅਦ ਤੁਸੀਂ ਇਕੱਠੇ ਹੋ ਰਹੇ ਹੋ ਸਾਰੇ ਜਾਣੇ, ਤਾਂ ਫਿਰ ਹੋ ਕੀ ਰਿਹਾ ਵਾ? ਇਹ ਲੋਕ ਜਾਣਨਾ ਚਾਹ ਰਹੇ। ਦੇਖੋ ਯਾਰ, ਕਿਸੇ ਦਾ ਕੁਛ ਕਹਿ ਦੇਣਾ, ਕਿਸੇ ਦਾ ਕੁਛ ਕਹਿ ਦੇਣਾ, ਮੈਂ ਉਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਮੈਂ ਤਾਂ ਆਪਣੇ ਕਮੈਂਟ ਕਰਨਾ ਚਾਹੁੰਦਾ ਵੀ ਯਾਰ ਜਿਹੜੀਆਂ ਚੀਜ਼ਾਂ ਸਾਨੂੰ ਕਰਨ ਦੀ ਜ਼ਰੂਰਤ ਹੈ,
ਦੇਖੋ ਹੁੰਦਾ ਕੀ ਆ, ਸਮਾਂ ਨਿਕਲ ਜਾਣਾ, ਉਹਦੇ ਵਿੱਚ ਜਿਹੜੇ ਕੰਮ ਸੋਲਵ ਹੋਣੇ ਚਾਹੀਦੇ ਉਹ ਹੋਣੇ ਚਾਹੀਦੇ ਆ। ਮੇਰਾ ਤੇ ਇੰਨਾ ਇਸ਼ੂ ਆ। ਤੁਸੀਂ ਇਹ ਸਾਰੀ ਗੱਲ ਦਿੱਲੀ ਵੀ ਦੱਸੀ ਹੈ, ਪਾਰਟੀ ਵਾਲਾ ਕਮਾਨ ਨੂੰ ਤੁਸੀਂ ਸਾਰਿਆਂ ਨੇ ਦੱਸੀ ਹੈ, ਕਿਉਂਕਿ ਪ੍ਰਤਾਪ ਬਾਜਵਾ ਕਹਿ ਰਹੇ ਕਿ ਅਸੀਂ ਦਿੱਲੀ ਗੱਲ ਦੱਸ ਚੁੱਕੇ ਹਾਂ। ਰਵਨੀਤ ਬਿੱਟੂ ਕਹਿ ਰਿਹਾ ਕਿ ਅਸੀਂ ਜਿਹੜਾ ਹਾਈ ਕਮਾਨ ਨੂੰ ਦੱਸ ਚੁੱਕੇ ਹਾਂ। ਬਿੱਟੂ ਹੋਰਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਅਗਰ SIT ਸੋਲਵ ਨਹੀਂ ਹੁੰਦੀ ਤਾਂ ਹੋਮ ਮਿਨਿਸਟਰ ਕਿਸੇ ਹੋਰ ਨੂੰ ਬਣਾ ਦਿਓ। ਤੁਸੀਂ ਇਸ ਗੱਲ ਨਾਲ ਐਗਰੀ ਹੋ? ਨਹੀਂ, ਉਹ ਤਾਂ ਦੇਖੋ ਸੀਨੀਅਰ ਬੰਦੇ ਹੈਗੇ ਆ। ਮੇਰਾ ਤਾਂ ਦਿੱਲੀ ਕੋਈ ਕਿਸੇ ਨਾਲ ਬਹੁਤਾ ਲੰਮਾ ਚੌੜਾ ਸਹਿਚਾਰ ਹੈ ਨਹੀਂਗਾ। ਜੇ ਉਹਨੇ ਕਨਵੇ ਕੀਤੀ ਆ ਤਾਂ ਅਲਟੀਮੇਟਲੀ ਉਹਨਾਂ ਨੂੰ ਜ਼ਿਆਦਾ ਸਮਝ ਹੋਊਗੀ, ਮੈਨੂੰ ਤਾਂ ਇਹ ਨਹੀਂ। ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿਵੇਂ 37-38 ਵਿਧਾਇਕ ਇੱਕ ਪਾਸੇ ਹੋ ਗਏ, 3 ਮੰਤਰੀ ਹੋ ਗਏ, 2 MP ਹੋ ਗਏ, ਤੇ ਸਾਰਾ ਦਬਾਅ ਬਣਾ ਕੇ ਕੋਈ ਲੀਡਰਸ਼ਿਪ ਬਦਲਣ ਦੀ ਤਿਆਰੀ ਤਾਂ ਨਹੀਂ ਚੱਲ ਰਹੀ ਕਿ ਪ੍ਰਧਾਨ ਬਦਲਿਆ ਜਾਵੇ, ਮੁੱਖ ਮੰਤਰੀ ਬਦਲਿਆ ਜਾਵੇ? ਕੋਈ ਇਸ ਤਰੀਕੇ ਦੀ ਪਲੈਨਿੰਗ ਤੇ ਨਹੀਂ ਜਿਹੜੀ ਕੀਤੀ ਜਾ ਰਹੀ? ਕਿਉਂਕਿ ਸੁਖਜਿੰਦਰ ਰੰਧਾਵਾ ਕੈਬਨਿਟ ਦੇ ਵਿੱਚ ਅਸਤੀਫਾ ਦੇ ਚੁੱਕੇ ਸੀਗੇ, ਉਹ ਕਾਫੀ ਜ਼ਿਆਦਾ ਖਫਾ ਨੇ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਦਾ ਤੇ ਸਾਰੇ ਜਾਣਦੇ ਹੀ ਨੇ। ਦੇਖੋ, ਮੈਂ ਕਹਿੰਦਾ ਲੋਕਾਂ ਨੂੰ ਕੰਮ ਪਿਆਰਾ ਆ, ਚੰਮ ਪਿਆਰਾ ਨਹੀਂ ਹੈਗਾ। ਲੋਕੀ ਇਹ ਨਹੀਂ ਚਾਹੁੰਦੇ ਵੀ ਕੌਣ ਹੋਵੇ ਕੌਣ ਨਾ ਹੋਵੇ, ਲੋਕੀ ਇਹ ਕਹਿੰਦੇ ਵੀ ਕੰਮ ਕਰੀਏ। ਮੈਂ ਤਾਂ ਇਹ ਕਹਿੰਦਾ ਅੱਛਾ ਨਾ ਕੋਈ ਧੜਾਈ ਆ ਲੰਮਾ ਚੌੜਾ ਆਪਾਂ ਕਹੀਏ ਨਾ, ਕਿਉਂਕਿ ਧੜਾ ਤਾਂ ਬੇਸਿਕਲੀ ਬਹੁਤੇ ਤਾਂ ਮੀਡੀਆ ਵਾਲੇ ਬਣਾ ਦਿੰਦੇ ਵੀ ਇਹ ਫਲਾਨਾ ਧੜਾ ਹੈ। ਅਗਰ ਬੈਠਕਾਂ ਹੋ ਰਹੀਆਂ, ਅਗਰ 3 ਮੰਤਰੀ ਕਹਿ ਰਹੇ ਕਿ ਨਵਜੋਤ ਸਿੱਧੂ ਤੇ ਐਕਸ਼ਨ ਲਓ, ਬ੍ਰਹਮ ਮਹਿੰਦਰਾ ਦੀ ਸਟੇਟਮੈਂਟ ਆਈ, ਪ੍ਰੈਸ ਰਿਲੀਜ਼ ਜੋ ਆਇਆ, ਸੁੰਦਰ ਸ਼ਾਮ ਦਾ ਪ੍ਰੈਸ ਰਿਲੀਜ਼ ਆਇਆ, ਉਸ ਤੋਂ ਇਲਾਵਾ 1 ਮੰਤਰੀ ਹੋਰ ਸੀਗੇ ਉਹਨਾਂ ਦਾ ਪ੍ਰੈਸ ਰਿਲੀਜ਼ ਆਇਆ ਕਿ ਸਾਧੂ ਸਿੰਘ ਧਰਮਸੋਤ, ਬਾਕੀ ਮੰਤਰੀ ਖਾਮੋਸ਼ ਨੇ। 3 ਮੰਤਰੀ ਤੁਹਾਡੇ ਨਾਲ ਮੀਟਿੰਗਾਂ ਕਰ ਰਹੇ ਆ। ਇਹਦੇ 'ਚ ਮੀਡੀਆ ਦਾ ਕਸੂਰ ਨਹੀਂ ਹੈ ਨਾ। ਮੀਡੀਆ ਦਾ ਤਾਂ ਇਹੀ ਹੈ ਕਿ ਜੋ ਚੀਜ਼ਾਂ ਚੱਲ ਰਹੀਆਂ ਅਸੀਂ ਜਨਤਾ ਤੱਕ ਪਹੁੰਚਾਈਏ। ਦੇਖੋ ਕਿਸੇ ਦਾ ਕੋਈ ਇੰਟਰਸਟ ਹੋ ਸਕਦਾ। ਐਕਚੁਅਲੀ ਮੰਤਰੀ ਵੀ ਬੇਸਿਕਲੀ ਦਿਲੋਂ ਕੋਈ ਨਹੀਂ ਇਸ ਗੱਲ ਲਈ। ਮੈਂ ਤਾਂ ਉਹਨਾਂ ਮੰਤਰੀਆਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਇਹਦਾ ਸੋਲੂਸ਼ਨ ਲੱਭ ਲਈਏ। ਫਿਰ ਨਵਜੋਤ ਸਿੰਘ ਸਿੱਧੂ ਕੀ ਟਵੀਟ ਕਰ ਲਊਗਾ? ਮੈਂ ਤਾਂ ਬੜੀ ਸਿੱਧੀ ਜੀ ਗੱਲ ਕਹਿਣਾ ਕਿ ਇਹ ਮੰਤਰੀ ਜੇ ਇਹਨਾਂ ਨੂੰ ਨਹੀਂ ਲੱਗਦਾ ਵੀ ਇਹ ਗੱਲ ਠੀਕ ਨਹੀਂ ਹੈਗੀ ਤੇ ਜਾਂ ਤਾਂ ਫਿਰ ਖੁੱਲ੍ਹ ਕੇ ਸਟੇਟਮੈਂਟ ਦੇਣ। ਤੁਹਾਡੇ ਨਾਲ ਕਿਸੇ ਨੇ ਗੱਲ ਕੀਤੀ ਨਾ? ਅਸੀਂ ਸੰਪਰਕ ਕੀਤਾ, ਕੋਈ ਅਜੇ ਤੱਕ ਜਵਾਬ ਨਹੀਂ। ਪ੍ਰੈਸ ਰਿਲੀਜ਼ ਹੈ। ਮੇਰੇ ਕਹਿਣ ਦਾ ਮਤਲਬ ਆ ਸਮਾਂ ਤੇ ਇਹ ਗੱਲ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਹਿਣ ਵੀ ਆਪਾਂ ਨੂੰ ਆਹ ਗੱਲ ਕਰਨੀ ਚਾਹੀਦੀ ਆ, ਬਹਿ ਕੇ ਇਹਦਾ ਸੋਲੂਸ਼ਨ ਕੱਢੀਏ ਤਾਂ ਕਿ ਆਪਾਂ ਆਪਣੀ ਲਾਈਨ। ਦੇਖੋ ਇਸ਼ੂ ਹੋਊਗਾ ਤੇ ਕੋਈ ਨਾ ਕੋਈ ਬੋਲੂਗਾ, ਜੇ ਇਸ਼ੂ ਹੀ ਨਹੀਂ ਹੋਊਗਾ ਤੇ ਬੋਲੂਗਾ ਕੌਣ? ਫਿਰ ਕਿਸੇ ਕੋਲ ਕਹਿ ਕੀ ਮੰਨ ਲਓ ਨਵਜੋਤ ਸਿੰਘ ਸਿੱਧੂ ਵੀ ਜੇ ਕੋਈ ਇਸ਼ੂ ਨਹੀਂ ਹੋਊਗਾ ਤਾਂ ਫਿਰ ਉਹ ਕੀ ਕਹੂਗਾ, ਉਹ ਕੀ ਟਵੀਟ ਕਰ ਦੂਗਾ? ਤੁਸੀਂ ਸਿੱਧੂ ਨਾਲ ਖੜੇ ਹੋ ਜਾਂ ਕੈਪਟਨ ਨਾਲ ਖੜੇ ਹੋ? ਇਹ ਦੇਖੋ ਜਿਹੜਾ ਇਸ਼ੂ ਕੀ ਆ, ਇਸ਼ੂ ਤਾਂ ਇਹ ਆ ਵੀ ਹਾਂ ਵੀ ਆਹ ਸੋਲੂਸ਼ਨ ਹੋ ਜਾਵੇ। ਜੇ ਨਵਜੋਤ ਸਿੱਧੂ ਕਹੂਗਾ ਮੈਂ ਉਹਦੇ ਨਾਲ ਖੜਾ ਆ, ਜੇ ਸੁਖੀ ਰੰਧਾਵਾ ਕਹੂਗਾ, ਮੈਂ ਜਿਹੜਾ ਵੀ, ਜੇ ਪੰਜਾਬ ਦਾ ਤੁਸੀਂ ਲੋਕੀ ਕਹੋਗੇ ਮੈਂ ਤੁਹਾਡੇ ਨਾਲ ਖੜਾ ਆ, ਕਿਉਂਕਿ ਆਪਾਂ ਪੰਜਾਬ ਦੀ ਗੱਲ ਕਰਨੀ, ਹੋਰ ਕਿਸੇ ਦੀ ਗੱਲ ਤਾਂ ਕਰਨੀ ਨਹੀਂ ਹੈ। ਜਦੋਂ ਇਸ਼ੂ ਹੈਗਾ ਤੇ ਫਿਰ ਉਹਨੂੰ ਸੋਲਵ ਕਰ ਲਈਏ। ਅੱਛਾ ਜਾਂ ਤਾਂ ਦੇਖੋ ਅਲਟੀਮੇਟਲੀ ਹੁੰਦਾ ਕੀ ਆ, ਜਾਂ ਤੁਸੀਂ ਮੈਨੂੰ ਕਨਵਿੰਸ ਕਰਾ ਦਿਓ ਜਾਂ ਮੈਂ ਤੁਹਾਨੂੰ ਕਨਵਿੰਸ ਕਰਾ ਦਿੰਦਾ। ਲੇਕਿਨ ਸਿੱਧੂ ਨੇ ਇੱਕ ਆਪਣੀ ਲਕੀਰ ਖਿੱਚ ਲਈ, ਕੈਪਟਨ ਨੇ ਆਪਣੀ ਲਕੀਰ ਖਿੱਚ ਲਈ, ਫਾਸਲੇ ਤਾਂ ਹੁਣ ਉਹ ਮਿਟਦੇ ਨਜ਼ਰ ਆ ਨਹੀਂ ਰਹੇ। ਚਲੋ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ ਜਾਂ ਨਵਜੋਤ ਸਿੱਧੂ ਦੱਸ ਸਕਦੇ ਆ, ਬਟ ਮੈਨੂੰ ਐਂ ਲੱਗਦਾ ਹੈਗਾ ਕਿ ਦੇਖੋ ਪਿੱਛੇ ਜਿਹੇ ਵੀ ਗੱਲ ਚੱਲੀ ਸੀ ਵੀ ਕੈਪਟਨ ਸਾਹਿਬ ਨੇ ਇੱਕ ਬਿਆਨ ਦਿੱਤਾ ਵੀ ਪਟਿਆਲੇ ਤੋਂ ਆਣ ਕੇ ਮੇਰੇ ਨਾਲ ਲੜਨ, ਵੀ ਉਸ ਲੜਨ ਨਾਲ ਕਿਤੇ ਕੋਈ ਜਿਹੜਾ ਹੈਗਾ ਆ ਸੋਲੂਸ਼ਨ ਨਿਕਲ ਆਊਗਾ? ਉਹ ਜਿਹੜੇ ਜਸਟਿਸ ਦੇਣ ਵਾਲੀ ਗੱਲ ਹੈਗੀ ਉਹ ਹੋ ਜਾਊਗੀ, ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਰਿਵਿਊ ਕਰਨ ਵਾਲੇ ਉਹ ਹੋ ਜਾਊਗੀ। ਇਹ ਤਾਂ ਬਸ ਕਹਿਣ ਦੀਆਂ ਗੱਲਾਂ ਹੁੰਦੀਆਂ। ਮੈਨੂੰ ਨਹੀਂ ਲੱਗਦਾ ਇਹਨਾਂ 'ਚ ਕੋਈ ਇੱਦਾਂ ਦੀਆਂ ਗੱਲਾਂ ਕਰਨੀਆਂ ਵੀ ਨਹੀਂ ਚਾਹੀਦੀਆਂ, ਇਸ ਲੈਵਲ ਤੇ ਜਾਣਾ ਵੀ ਨਹੀਂ ਚਾਹੀਦਾ, ਮੈਨੂੰ ਐ ਪਰਸਨਲੀ ਲੱਗਦਾ। ਆਉਣ ਵਾਲੇ ਦਿਨਾਂ 'ਚ ਹੋਏਗਾ ਕੀ? ਹੁਣ ਕਾਂਗਰਸ ਕਿਸ ਪਾਸੇ ਚੱਲ ਰਹੀ ਹੈ? ਦੇਖੋ ਇਹ ਤਾਂ ਪਾਰਟੀ ਲੈਵਲ ਤੇ ਜਾਂ ਹਾਈ ਕਮਾਂਡ ਲੈਵਲ ਤੇ ਜਿਹੜੇ ਡਿਸੀਜਨ ਆ, ਬਟ ਮੇਰਾ ਕੰਮ ਤਾਂ ਇਹ ਆ ਕਿ ਹਾਂ ਵੀ ਜਿਹੜੀ ਗੱਲ ਠੀਕ ਹੈ। ਦੇਖੋ ਜਾਂ ਤਾਂ ਤੁਸੀਂ ਮੈਨੂੰ ਕਨਵਿੰਸ ਕਰਾ ਦਿਓ। ਜੇ ਮੈਂ ਅੱਜ ਤੋਂ 2 ਸਾਲ ਪਹਿਲਾਂ ਜਾਂ ਪੌਣੇ 2 ਸਾਲ ਪਹਿਲਾਂ ਇੱਕ ਚਿੱਠੀ ਲਿਖੀ ਸੀ, ਉਹਦੇ ਵਿੱਚ ਇਹ ਸਾਰੇ ਇਸ਼ੂ ਸੀਗੇ। ਫਿਰ ਮੈਂ ਪਰਸਨਲੀ ਵੀ ਕਿਹਾ ਕਿ ਜਿਹੜੀ ਤੁਹਾਡੀ ਸਿੱਟ ਆ, ਜਿਹਦਾ ਅੱਜ ਬਹੁਤ ਰੌਲਾ ਪੈ ਰਿਹਾ, ਅੱਜ ਤੋਂ 1.5 ਸਾਲ ਪਹਿਲਾਂ ਇਹ ਗੱਲ ਕਹੀ ਸੀ ਵੀ ਤੁਹਾਡੀ ਸਿੱਟ ਖਿੱਲਰ ਗਈ ਆ, ਇਹਨਾਂ ਨੂੰ ਇਕੱਠਿਆਂ ਕਰੋ। ਇਹਨਾਂ ਨੂੰ ਇਕੱਠਿਆਂ ਕਰਕੇ, ਕਿਉਂਕਿ ਡਿਫਰੈਂਸ ਆਫ ਓਪੀਨੀਅਨ ਹੋਣਾ ਇੱਕ ਗੱਲ। ਨਵੀਂ ਸਿੱਟ ਤੋਂ ਕੋਈ ਉਮੀਦ ਹੈ? ਤੁਹਾਨੂੰ ਲੱਗਦਾ ਹੈ ਕਿ 6 ਮਹੀਨਿਆਂ 'ਚ ਕੋਈ ਐਕਸ਼ਨ ਹੋਏਗਾ? ਦੇਖੋ ਨਵੀਂ ਸਿੱਟ ਹੁਣ ਬੇਸਿਕਲੀ ਕਿਉਂਕਿ ਜੋ ਪੜ੍ਹ ਰਹੇ ਆ ਜਾਂ ਸੁਣ ਰਹੇ ਹੈਗੇ ਆ ਵੀ ਜਿਹੜੇ ਅਗਰੀਵਡ ਪਾਰਟੀ ਹੈਗੀ ਆ ਉਹ ਕੋਆਪਰੇਟ ਕਰਨ ਨੂੰ ਹੀ ਤਿਆਰ ਨਹੀਂ ਹੈ। ਸੋ ਅਲਟੀਮੇਟਲੀ ਇਹਦੇ 'ਚ ਲੀਗਲ ਰੈਮੀਫਿਕੇਸ਼ਨਸ ਤਾਂ ਹੋਣਗੀਆਂ ਹੀ। ਹਾਈ ਕੋਰਟ ਦਾ ਡਿਸੀਜਨ ਹੋਇਆ ਆ, ਹਾਈ ਕੋਰਟ ਦੇ ਡਿਸੀਜਨ ਨੂੰ ਚੈਲੰਜ ਕਿੱਦਾਂ ਹੁੰਦਾ? ਅੱਛਾ ਸੁਪਰੀਮ ਕੋਰਟ ਉਹਦਾ ਕੀ ਵਿਊ ਲੈਂਦਾ ਹੈਗਾ? ਅੱਛਾ ਉਸ ਜਿੱਥੇ ਜਿਹੜੀ ਹਾਈ ਕੋਰਟ 'ਚ ਜਿਹੜੀ ਗੱਲ ਗਈ ਹੈਗੀ ਆ, ਉਹ ਕਿੰਨੀ ਕੁ ਕਿੱਦਾਂ ਦੀ ਪ੍ਰੋਜੈਕਟ ਹੋਈ ਆ, ਉਹਦੇ ਆਪਣੇ, ਕਿਉਂਕਿ ਇਹਦੇ ਲੀਗਲ ਰੈਮੀਫਿਕੇਸ਼ਨਸ ਤਾਂ ਹੈਗੀਆਂ ਹੀ ਹੈ ਨਾ। 2022 'ਚ ਕਾਂਗਰਸ ਨੂੰ ਕਿੱਥੇ ਦੇਖਦੇ ਹੋ?
ਨਹੀਂ, ਅੱਜ ਦੀ ਤਰੀਕ ਦੇ ਵਿੱਚ ਲੋਕੀ ਜਿੰਨਾ ਕੁ ਅਕਾਲੀ ਦਲ ਨੂੰ ਜਿੱਥੇ ਕੁ ਦੇਖਦੇ ਸੀ, ਕਾਂਗਰਸ ਨੂੰ ਵੀ ਉੱਥੇ ਕੀ ਦੇਖਣ ਲੱਗ ਪਏ ਆ। ਹਜੇ ਕਿ ਅਸੀਂ ਬੇਸਿਕਲੀ ਦੇਖੋ ਪਿੰਡਾਂ ਦੇ ਵਿੱਚ ਵੀ ਕਾਫੀ ਪੈਸੇ ਗਏ ਹੈਗੇ ਆ, ਸ਼ਹਿਰਾਂ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਜਿੰਨੀ ਕੁ ਡਿਵੈਲਪਮੈਂਟ ਦੀ ਜ਼ਰੂਰਤ ਹੋਊ ਉਹ ਹੋਈ ਹੈਗੀ ਆ। ਮੈਂ ਨਹੀਂ ਕਹਿੰਦਾ ਵੀ ਨਹੀਂ ਹੋਈ, ਮੈਂ ਆਪਣੇ ਹਲਕੇ ਦੀ ਗੱਲ ਕਰ ਦਿੰਦਾ ਵੀ ਮੈਂ। ਲੇਕਿਨ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨੂੰ ਜਿੱਥੇ ਦੇਖਦੇ ਸੀ ਕਾਂਗਰਸ ਨੂੰ ਵੀ ਉੱਥੇ ਦੇਖਦੇ, ਕਿੱਥੇ ਦੇਖ ਰਹੇ? ਨਹੀਂ, ਜੋ ਉਹਨਾਂ ਨੇ ਗਲਤੀਆਂ ਕੀਤੀਆਂ ਸੀਗੀਆਂ, ਦੇਖੋ ਕੋਰ ਇਸ਼ੂਜ਼ ਤਾਂ ਉਹ ਸੀਗੇ, ਅਸੀਂ ਉਹਨਾਂ ਨੂੰ ਬੇਸਿਕਲੀ ਟੇਕ ਓਵਰ ਕਰ ਲਿਆ। ਅਸੀਂ ਟੇਕ ਓਵਰ ਕਰ ਲਿਆ ਤਾਂ ਫਿਰ ਅਲਟੀਮੇਟਲੀ ਲੋਕਾਂ ਦੇ ਫਿਰ ਪਰਸੈਪਸ਼ਨ ਕਿਉਂ ਬਣੀ ਆ? ਪਰਸੈਪਸ਼ਨ ਇਸ ਕਰਕੇ ਬਣੀ ਆ ਨਾ ਵੀ ਇਹਦਾ ਮਤਲਬ ਉਹਨਾਂ ਨੇ ਵੀ ਉਹੀ ਕੀਤਾ ਸੀ। ਉਦੋਂ ਇਹ ਲੋਕ ਹੀ ਇਹ ਕਹਿੰਦੇ ਸੀ ਵੀ ਇਹ ਗਲਤ ਹੋਇਆ। ਕੈਪਟਨ ਅਮਰਿੰਦਰ ਸਿੰਘ ਜੀ ਦੀ ਸਟੇਟਮੈਂਟ ਹੈਗੀ ਆ ਵੀ ਹਾਂ ਵੀ ਪ੍ਰਤਾਪ ਹੋਰਾਂ ਨੇ ਕਹਿਤਾ ਕਿ 4.5 ਸਾਲ ਟਕਸਾਲੀ ਕਾਂਗਰਸੀਆਂ ਨੂੰ ਇਗਨੋਰ ਕੀਤਾ। ਕੁਝ ਅਫਸਰ ਨੇ ਜੋ ਸਰਕਾਰ ਚਲਾਉਂਦੇ ਨੇ ਉਹ ਵਿਧਾਇਕਾਂ ਦੀ, ਮੰਤਰੀਆਂ ਦੀ, ਐਮਐਲਏ ਦੀ ਸੁਣਵਾਈ ਨਹੀਂ ਕਰਦੇ। ਤੁਸੀਂ ਵੀ ਇਹ ਮੁੱਦਾ ਲਗਾਤਾਰ ਚੁੱਕਦੇ ਆਏ ਹੋ ਔਰ ਉਸ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕਿ 75-25। ਤਾਂ ਹੁਣ ਕਿਸ ਤਰੀਕੇ ਦੇ ਨਾਲ ਦੇਖਦੇ ਜਦੋਂ ਇਹ ਸਟੇਟਮੈਂਟ ਆ ਰਹੀ? ਦੇਖੋ ਹਰ ਬੰਦਾ, ਮੈਨੂੰ ਤਾਂ ਲੱਗਦਾ ਸੋਚ ਸਮਝ ਕੇ ਸਟੇਟਮੈਂਟ, ਜੇ ਕੋਈ ਮੈਂ ਸਟੇਟਮੈਂਟ ਦਿੰਦਾ ਤਾਂ ਮੈਂ ਸੋਚ ਸਮਝ ਕੇ ਦਿੰਦਾ ਵੀ ਜਿਹੜੀ ਗੱਲ ਵੀ ਕਨਵੇ ਹੋ ਜਾਵੇ। ਦੇਖੋ ਅਲਟੀਮੇਟਲੀ ਪਬਲਿਕ ਦੇ ਵਿੱਚ ਇਹ ਗੱਲ ਜਾਣੀ ਹੈਗੀ ਆ ਤੇ ਲੇਕਿਨ ਉਹਦਾ ਕੋਈ ਸੋਲੂਸ਼ਨ ਵੱਲ ਨੂੰ ਵੀ ਆਪਾਂ ਗਾਂਹ ਤੁਰੀਏ। ਅੱਗੇ ਬੈਠਕਾਂ ਹੋਣਗੀਆਂ, ਅੱਗੇ ਬੈਠਕਾਂ ਚੱਲਣਗੀਆਂ। ਅੱਗੇ ਵੀ ਪੰਕਜ ਜੀ ਬੈਠਕਾਂ ਅੱਗੇ ਵੀ ਹੁੰਦੀਆਂ ਰਹੀਆਂ, ਪਰ ਉਹ ਹੁਣ ਕਿਉਂਕਿ ਇਸ ਸਮੇਂ ਤੇ ਹੋ ਰਹੀਆਂ, ਕਿਉਂਕਿ ਮੈਂ ਤਾਂ ਸਾਰਿਆਂ ਕੋਲ ਜਾਇਆ ਹੋਣਾ। ਮੈਂ ਤਾਂ ਈਵਨ ਕਿ ਕਈ ਵਾਰੀ ਜਿੱਥੇ ਜਿੱਥੇ ਵੀ ਕਿਤੇ ਸਹਿਚਾਰ ਹੈਗਾ ਯਾਰ ਕੋਈ ਅਸੀਂ ਕੋਈ ਕਿਰਪਾਨਾਂ ਤਾਂ ਨਹੀਂ ਕੱਢ ਲਈਆਂ। ਗੱਲ ਤਾਂ ਲੌਜੀਕਲ ਗੱਲ ਕਰੀਏ। ਕਹਿੰਦੇ ਕਿਰਪਾਨਾਂ ਨੂੰ ਵੀ ਖਤਰਨਾਕ ਹੁੰਦੇ ਸ਼ਬਦ, ਜਿਹੜੇ ਸ਼ਬਦ ਕੱਢੇ ਗਏ ਦੋਵਾਂ ਪਾਸੋਂ। ਸਿੱਧੂ ਤੇ ਤੁਸੀਂ ਦੇਖ ਰਹੇ ਹੋ ਕਿ ਇਨਸਾਫ ਹੋਏਗਾ, ਕਿਸੇ ਵੀ ਕੀਮਤ ਤੇ ਇਨਸਾਫ ਮੈਂ ਦਿਲਵਾ ਕੇ ਰਹੂੰਗਾ। ਕਦੀ ਕਹਿ ਰਹੇ ਅਕਾਲੀ ਸਰਕਾਰ ਚਲਾ ਰਹੇ, ਕਦੀ ਕੁਝ ਕਹਿ ਰਹੇ। ਇਸ ਤੋਂ ਵੱਡੇ ਸ਼ਬਦ ਤਾਂ ਨਹੀਂ ਹੋ ਸਕਦੇ ਨਾ। ਕੈਪਟਨ ਸ਼ਬਦ ਵਰਤ ਰਹੇ ਕਿ ਮੇਰੇ ਬੂਹੇ ਬੰਦ ਹੈ, ਪਟਿਆਲਾ ਤੋਂ ਆ ਕੇ ਲੜ ਕੇ ਦੇਖ ਲੈ, ਚੋਣ ਜ਼ਮਾਨਤ ਜ਼ਬਤ ਹੋ ਜਾਏਗੀ। ਇਹ ਤਾਂ ਕਿਰਪਾਨਾਂ ਤੋਂ ਵੀ ਤਿੱਖੇ ਸ਼ਬਦ ਹੈ ਨਾ। ਨਹੀਂ ਹੈ ਤਾਂ ਸਹੀ, ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ, ਬਟ ਇਹੋ ਜਿਹੇ ਹਾਲਾਤ ਬਣੇ ਤਾਂ ਹੀ ਹੈ ਨਾ। ਆਪਾਂ ਅੱਜ ਵੀ ਸੋਲੂਸ਼ਨ ਲੱਭ ਲਈਏ ਫਿਰ ਨਵਜੋਤ ਸਿੰਘ ਸਿੱਧੂ ਕੀ ਕਰੂਗਾ? ਦੇਖੋ ਹੈ ਤਾਂ ਪਬਲਿਕ ਦੀ ਗੱਲ ਹੈ ਨਾ, ਪਬਲਿਕ ਦੀ ਆਵਾਜ਼ ਆ। ਅੱਛਾ, ਡੈਮੋਕ੍ਰੇਸੀ ਤਾਂ ਪਬਲਿਕ ਦੀ ਆਵਾਜ਼ ਤੇ ਹੁੰਦੀ ਹੈ। ਤਾਂ ਸਾਫ਼ ਤੌਰ ਤੇ ਪ੍ਰਗਟ ਸਿੰਘ ਹੋਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਸਲੇ ਦਾ ਹੱਲ ਕੱਢਿਆ ਜਾਵੇ, ਚੀਜ਼ਾਂ ਆਪਣੇ ਆਪ ਬੰਦ ਹੋ ਜਾਣਗੀਆਂ ਔਰ ਇਸੇ ਵਜ੍ਹਾ ਕਰਕੇ ਜੋ ਹਾਲਾਤ ਅਕਾਲੀ ਦਲ ਦੇ ਬਣ ਰਹੇ ਸੀਗੇ ਉਹੀ ਹਾਲਾਤ ਇਸ ਵੇਲੇ ਕਾਂਗਰਸ ਦੇ ਬਣ ਰਹੇ ਨੇ। ਕੈਮਰਾਮੈਨ ਅਜੇ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ।